ਉਸੇ ਦਾ ਸਾਰਾ ਪਸਾਰਾ ਹੈ। ਸਤਿਆਵਾਦੀ, ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਪ੍ਰਸ਼ਾਦ ਰਹਿਮਤ ਕਿਰਪਾ ਕਰਨ ਵਾਲਾ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਪ੍ਰੀਤ ਪ੍ਰੀਤ ਗੁਰੀਆ ਮੋਹ ਨ ਲਾਲਨਾ। ਜਿਹੜਾ ਭਰੀ ਪੂਰਨ ਪਰਮੇਸ਼ਰ ਹੈ ਉਹ ਬਹੁਤ ਜ਼ਿਆਦਾ ਸੁੰਦਰ ਤੇ ਸੋਹਣਾ ਤੇ ਬਹੁਤ ਉੱਚਾ ਤੇ ਸੁੱਚਾ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹ ਨ ਲਾਲਨਾ। ਉਹ ਪਰਮ ਪਿਆਰਾ ਪ੍ਰੀਤਮ ਜੋ ਬਹੁਤ ਸੁੰਦਰ ਤੇ ਬਹੁਤ ਸੋਹਣਾ ਹੈ। ਗੁਰਮੁਖ ਪਿਆਰਿਓ, ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਜੀ ਤੋਂ ਜ਼ਿਆਦਾ ਕੋਈ ਸੋਹਣਾ ਹੀ ਨਹੀਂ ਹੋ ਸਕਦਾ ਤੇ ਉਹ ਤੋਂ ਜ਼ਿਆਦਾ ਕੋਈ ਪਿਆਰਾ ਵੀ ਨਹੀਂ ਹੋ ਸਕਦਾ। ਪ੍ਰੀਤ ਪ੍ਰੀਤ ਗੁਰੀਆ ਮੋਹ ਨ ਲਾਲਨਾ। ਇਤਨਾ ਸੋਹਣਾ ਉਹ ਪ੍ਰੀਤਮ ਪਿਆਰਾ ਹੈ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨਹਿ ਛਾੜ ਦੁਬਦਾ ਕੀ ਕੁਰੀਆ। ਉਸ ਭਰੀ ਪੂਰਨ ਪਰਮੇਸ਼ਰ ਦਾ ਸਿਮਰਨ ਕਰਨਾ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਉਹਦੇ ਮੁਕਾਬਲੇ ਹੋਰ ਕੋਈ ਨਹੀਂ ਹੈ। ਉਸ ਵਾਹਿਗੁਰੂ ਦਾ ਜਿਹਦੇ ਮੁਕਾਬਲੇ ਕੋਈ ਨਹੀਂ ਹੈ, ਜੋ ਸਭ ਤੋਂ ਸ੍ਰੇਸ਼ਟ ਹੈ, ਉਹਦਾ ਜਪ ਮਨ। ਗੋਬਿੰਦ ਦੇ ਅਰਥ ਨੇ ਭਰੀਪੂਰਨ ਪਰਮੇਸ਼ਰ। ਉਹਦਾ ਜਾਪ ਕਰਨਾ, ਸਿਮਰਨ ਕਰਨਾ। ਆਵਰ ਨਹੀਂ ਕੋ ਲੇਖੈ, ਉਹਦੇ ਬਰਾਬਰ ਕੋਈ ਹੋਰ ਨਹੀਂ। ਸੰਤ ਲਾਗ, ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ, ਉਹਨਾਂ ਦੇ ਨਾਲ ਲੱਗ ਕਰਕੇ ਮਨਹਿ ਛਾੜ ਦੁਬਦਾ ਕੀ ਕੁਰੀਆ। ਜਿਹੜੀ ਦਵੈਤ ਭਾਵ ਹੈ, ਜਿਹੜੀ ਕੁੜੱਤਣ ਹੈ ਹਿਰਦੇ ਦੇ ਅੰਦਰ, ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕੁੜੱਤਣ, ਉਹ ਦੁਬਦਾ ਛੱਡਣੀ ਕਰ ਤੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣਾ ਕਰ। ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨਹਿ ਛਾੜ ਦੁਬਦਾ ਕੀ ਕੁਰੀਆ। ਜਿਹੜੀ ਤੇਰੇ ਅੰਦਰ ਪਾਤਸ਼ਾਹ ਕਹਿੰਦੇ ਦੁਬਦਾ ਹੈ, ਕੁੜੱਤਣ ਹੈ, ਦਵੈਤ ਭਾਵ ਹੈ, ਉਹਨੂੰ ਛੱਡ ਕੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਸਿਮਰਨ ਕਰ। ਸੰਗਤ ਦੇ ਵਿੱਚ ਆ ਕੇ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ, ਸੰਤ ਲਾਗ, ਸੰਤਾਂ ਦੇ ਕੋਲ, ਸੰਤਾਂ ਨਾਲ ਜੁੜ ਕੇ ਰਹਾਉ ਵਿਸਰਾਮ ਦੇ ਕੇ ਸਮਝਾਉਂਦੇ ਨੇ ਸਤਿਗੁਰੂ ਜੀ। ਨਿਰਗੁਣ ਹਰੀਆ, ਉਹ ਪਰਮੇਸ਼ਰ ਪਰਮਾਤਮਾ ਜਿਹਦਾ ਕੋਈ ਰੂਪ ਰੇਖਾ ਨਹੀਂ ਸੀ, ਕੋਈ ਰੰਗ ਨਹੀਂ ਸੀ, ਉਹ ਨਿਰਗੁਣੀਆ ਸੀ। ਨਿਰਗੁਣ ਹਰੀਆ, ਹਰੀ ਪਰਮਾਤਮਾ ਜੋ ਨਿਰਗੁਣ ਸੀ, ਕੋਈ ਗੁਣ ਨਹੀਂ ਸੀ। ਭਾਵ ਕਿ ਉਹ ਪ੍ਰਕਿਰਤੀ ਤੋਂ ਦੂਰ ਸੀ, ਪ੍ਰਕਿਰਤੀ ਦੀ ਰਚਨਾ ਨਹੀਂ ਸੀ ਕੀਤੀ, ਸੋ ਸਮਾਂ ਨਹੀਂ। ਉਸ ਵੇਲੇ ਉਹ ਨਿਰਾਧਾਰ ਸੀ, ਇਕੱਲੇ ਹੀ ਸੀ, ਪਰ ਉਹ ਇਕੱਲੇ ਪਰਮੇਸ਼ਰ ਨੇ ਸਰਗੁਣ ਧਰੀਆ, ਆਪਣਾ ਸਰਗੁਣ ਸਰੂਪ ਬਣਾ ਲਿਆ। ਸਾਰਿਆਂ ਵਿੱਚੋਂ ਨੇ ਆਪਣੀ ਪ੍ਰਕਿਰਤੀ ਦੇ ਵਿੱਚੋਂ ਨੇ ਆਪਣਾ ਬੋਲਬਾਲਾ ਭਾਵ ਆਪ ਸੁਭਾਏਮਾਨ ਹੋ ਗਿਆ। ਅਨਕ ਕੁਠਰੀਆਂ, ਉਸ ਵਾਹਿਗੁਰੂ ਪਰਮੇਸ਼ਰ ਨੇ ਅਨੇਕਾਂ ਜੀਵ ਪੈਦਾ ਕਰ ਲਏ, ਕੋਠੜੀਆਂ ਬਣਾ ਲਈਆਂ। ਭਾਵ ਜਿਹੜੇ ਵੀ ਜੀਵ ਸਾਜੇ ਨੇ ਉਸ ਵਾਹਿਗੁਰੂ ਨੇ, ਸਾਰੀਆਂ ਉਹਦੀਆਂ ਕੋਠੜੀਆਂ ਹਨ। ਪਾਤਸ਼ਾਹ ਕਹਿੰਦੇ ਸਾਰੀਆਂ ਉਸਨੇ ਆਪਣੀਆਂ ਕੋਠੜੀਆਂ ਬਣਾ ਲਈਆਂ। ਭਿੰਨ 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 ਕਰੀਆ,
ਨਾਨਾ ਪ੍ਰਕਾਰ ਦੇ ਪਰਮੇਸ਼ਰ ਨੇ ਉਹਨਾਂ ਕੋਠੜੀਆਂ ਦੇ ਵਿੱਚ ਰੰਗ ਭਰ ਦਿੱਤੇ। ਜੈਬਰਾ ਦੇਖਿਆ ਹੋਣਾ, ਉਹਦੇ 'ਚ ਕਿੰਨੇ ਰੰਗ ਨੇ। ਮੋਰ ਦੇਖਿਆ ਹੋਣਾ, ਉਹਦੇ 'ਚ ਵੀ ਕਿੰਨੇ ਰੰਗ ਨੇ। ਤੇ ਦੂਸਰਾ ਗੁਰਦੇਵ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਨੇ ਜਾਨਵਰਾਂ ਤੋਂ ਲੈ, ਕੀੜੀ ਤੋਂ ਲੈ ਮਨੁੱਖ ਵਿੱਚ ਹਾਥੀ, ਨਾਨਾ ਪ੍ਰਕਾਰ ਦੇ ਭਿੰਨ ਭਿੰਨ ਪ੍ਰਕਾਰ ਦੇ ਕੋਠੜੀਆਂ ਬਣਾ ਕੇ ਵਿੱਚੋਂ ਵਾਹਿਗੁਰੂ ਆਪ ਵਸ ਗਿਆ। ਭਿੰਨ ਕਰੀਆਂ, ਸਾਰੀਆਂ ਰਚਨਾਵਾਂ ਨੂੰ ਉਹਨਾਂ ਨੇ ਰਚ ਕੇ ਸਾਰੀਆਂ ਕੋਠੜੀਆਂ ਬਣਾ ਕੇ ਨਿਰਗੁਣ ਸਰੂਪ ਨੇ ਸਰਗੁਣ ਸਰੂਪ ਵਿੱਚ ਆ ਗਿਆ। ਤਦੇ ਗੁਰਦੇਵ ਨੇ ਕਿਹਾ ਨਾ, ਸਾਰਿਆਂ ਵਿੱਚੋਂ ਪਰਮੇਸ਼ਰ ਹੈ, ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਵੇਂ ਆਉਂਦਾ ਹੈ? ਸਾਰੀਆਂ ਕੋਠੜੀਆਂ ਵਿੱਚ, ਸਾਰਿਆਂ ਜੀਵਾਂ ਵਿੱਚ ਉਹ ਪਰਮੇਸ਼ਰ ਹੈ। ਉਹ ਨਿਰਗੁਣ ਤੋਂ ਸਰਗੁਣ ਧਰੀ ਆ, ਆਪਣਾ ਸਰੀਰ ਧਾਰਨ ਕਰ ਲਿਆ। ਇਹ ਥੋੜ੍ਹੀ ਹੈ ਕੋਈ ਵੀ ਮਨੁੱਖ ਦੇ ਹੀ ਸਰੀਰ ਧਾਰਨ ਕੀਤਾ, ਨਹੀਂ ਭਾਈ। ਜਿੰਨੇ ਵੀ ਜਾਨਵਰ ਨੇ, ਜਿੰਨੀਆਂ ਵੀ ਕੀੜੀ ਤੋਂ ਲੈ ਕੇ ਹਾਥੀ ਤੱਕ, ਉਸ ਵਾਹਿਗੁਰੂ ਦੀ ਜੋ ਵੀ ਪ੍ਰਕਿਰਤੀ ਹੈ, ਉਹਨਾਂ ਕੋਠੜੀਆਂ ਦੇ ਵਿੱਚ ਨਾਨਾ ਪ੍ਰਕਾਰ ਦਾ ਪਰਮੇਸ਼ਰ, ਭਿੰਨ ਭਿੰਨ ਪ੍ਰਕਾਰ ਦਾ ਪਰਮੇਸ਼ਰ ਉਹਨਾਂ ਕੋਠੜੀਆਂ ਦੇ ਵਿੱਚ ਵਸ ਰਿਹਾ ਹੈ। ਵਿੱਚ ਮਨ ਕੁਟਵਰੀਆਂ, ਉਹਨਾਂ ਜੀਵਾਂ ਦੇ ਵਿੱਚ, ਮਨ ਦੇ ਵਿੱਚ ਮਨ ਰੂਪੀ ਕੁਤਵਾਲ ਥਾਪ ਦਿੱਤਾ। ਪਾਤਸ਼ਾਹ ਕਹਿੰਦੇ ਮਨ ਵਿੱਚ ਮਨ ਕੁਟਵਰੀਆਂ, ਕੁਟਵਰੀਆਂ ਦਾ ਅਰਥ ਹੈ ਕੁਤਵਾਲ। ਸੋ ਉਸ ਵਾਹਿਗੁਰੂ ਪਰਮੇਸ਼ਰ ਨੇ ਸਰੀਰ ਸਭ ਦੇ ਬਣਾ ਕੇ ਵਿੱਚ ਮਨ ਰੂਪੀ ਕੁਤਵਾਲ ਬਣਾ ਦਿੱਤਾ। ਨਿਜ ਮੰਦਰ ਪ੍ਰਿਆਂ, ਇਹ ਸਰੀਰ ਰੂਪੀ ਮੰਦਰ ਬਣਾ ਦਿੱਤਾ। ਪ੍ਰਿਆਂ ਪਿਆਰਾ ਪਰਮੇਸ਼ਰ ਇਸ ਮੰਦਰ ਦੇ ਵਿੱਚ ਬੈਠ ਗਿਆ। ਤਾਂ ਆਨੰਦ ਕਰੀਆਂ, ਉਹ ਪਿਆਰਾ ਸਾਰੇ ਜੀਵਾਂ ਦੇ ਮੰਦਰਾਂ ਵਿੱਚ ਬੈਠ ਕੇ, ਭਾਵ ਜੀਵਾਂ ਦੇ ਵਿੱਚ ਬੈਠ ਕੇ ਕੀ ਕਰ ਰਿਹਾ ਹੈ? ਤਾਂ ਆਨੰਦ ਕਰੀਆਂ, ਫਿਰ ਉਹ ਆਨੰਦ ਲੈ ਰਿਹਾ ਹੈ। ਪਰਮੇਸ਼ਰ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਬੈਠ ਕੇ ਨਿਜ ਮੰਦਰ ਪ੍ਰਿਆਂ, ਉਹ ਪ੍ਰੀਤਮ ਪਿਆਰਾ ਸਾਰਿਆਂ ਦੇ ਅੰਦਰ ਵਸ ਕੇ ਤਾਂ ਆਨੰਦ ਕਰੀਆਂ, ਫਿਰ ਉਹ ਆਨੰਦ ਪ੍ਰਾਪਤ ਕਰ ਰਿਹਾ ਹੈ। ਨਹਿ ਮਰੀਆਂ ਨਹਿ ਜਰੀਆਂ, ਗੁਰਦੇਵ ਪਾਤਸ਼ਾਹ ਕਹਿੰਦੇ ਨਾ ਉਹ ਮਰਦਾ ਤੇ ਨਾ ਹੀ ਉਹ ਜਰੀਆ ਬੁੱਢਾ ਹੁੰਦਾ ਹੈ। ਜੀਵਾਂ ਦੇ ਸਰੀਰ ਬੁੱਢੇ ਹੋ ਜਾਂਦੇ ਆ, ਜੀਵ ਮਰ ਵੀ ਜਾਂਦੇ ਆ। ਪ੍ਰਕਿਰਤੀ ਹੈ ਨਾ ਜਿਹੜੀ ਰਚਨਾ ਉਸ ਵਾਹਿਗੁਰੂ ਨੇ ਰਚਾਈ ਹੈ, ਪਰ ਉਹ ਜੀ ਆਤਮਾ ਤਾਂ ਨਹੀਂ ਮਰਦੀ। ਜਿਹੜਾ ਵਾਹਿਗੁਰੂ ਆਪ ਪਰਮੇਸ਼ਰ ਇਹਦੇ ਵਿੱਚ ਬੋਲਦਾ ਹੈ, ਬੈਠਾ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ, ਉਹ ਆਪ ਨਹੀਂ ਮਰਦਾ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਹਿ ਮਰੀਆਂ, ਉਹ ਮਰਦਾ ਵੀ ਨਹੀਂ, ਨਹਿ ਜਰੀਆਂ, ਬੁੱਢਾ ਵੀ ਨਹੀਂ ਹੁੰਦਾ। ਕੀਰਤਨ ਜੁਰੀਆਂ, ਬਹੁ ਬਿਦ ਫਿਰੀਆਂ, ਪਰ ਕੋ ਹਿਰੀਆਂ। ਕੀ ਕਰਿਆ ਉਸ ਵਾਹਿਗੁਰੂ ਨੇ? ਪ੍ਰਕਿਰਤੀ ਦੀ ਰਚਨਾ ਕਰਕੇ ਸਾਰਿਆਂ ਨੂੰ ਕਿਰਤ ਵਿਰਤ ਵਿੱਚ ਜੋੜ ਦਿੱਤਾ, ਸਾਰਿਆਂ ਨੂੰ ਧੰਦਿਆਂ ਵਿੱਚ ਲਾ ਦਿੱਤਾ। ਕੀੜੀ ਹੈ, ਦੇਖ ਲਓ, ਕੀੜੀ ਛੋਟੀ ਜਿਹੀ ਜਾਨਵਰ ਹੈ, ਉਹ ਵੀ ਕੰਮ ਲੱਗੀ ਹੋਈ ਹੈ। ਕੀਰਤਨ ਜੁਰੀਆਂ, ਸਾਰੇ ਹੀ ਕੀਰਤਨ ਕਿਰਤ ਵਿੱਚ ਜੋੜ ਦਿੱਤੇ। ਬਹੁ ਬਿਦ ਫਿਰੀਆਂ, ਉਹ ਵੀ ਕਿੱਥੋਂ ਕਿੱਥੋਂ ਦਾਣਾ ਇਕੱਠਾ ਕਰਦੀ ਹੈ, ਇਸੇ ਤਰ੍ਹਾਂ ਸਾਰੇ ਜੀਵ ਕਰਦੇ ਆ। ਸਾਰੇ ਹੀ ਪਾਤਸ਼ਾਹ ਕਹਿੰਦੇ ਫਿਰ ਰਹੇ ਹਨ। ਸਾਰਿਆਂ ਨੂੰ ਉਸਨੇ ਰਚ ਕੇ ਸਾਰੇ ਕਿਰਤ ਵਿਰਤ ਵਿੱਚ ਲਾ ਦਿੱਤੇ। ਬਹੁ ਵਿਦ ਫਿਰੀਆਂ, ਫਿਰ ਰਹੇ ਨੇ। ਪਰ ਕਈ ਜੀਵ ਤਾਂ ਐਸੇ ਨੇ, ਪਰ ਕੋ ਹਿਰੀਆਂ, ਪਰਾਈ ਚੀਜ਼ ਖੋਹ ਲੈਂਦੇ ਨੇ, ਪਰਾਈ ਵਸਤੂ ਪ੍ਰਾਪਤ ਕਰਦੇ ਨੇ, ਪਰਾਈ ਚੀਜ਼ ਖੋਹ ਲੈਂਦੇ ਨੇ, ਜੋਰਾ ਜਰੀ ਖੋਹ ਲੈਂਦੇ ਆ। ਪਰ ਕੋ ਹਿਰੀਆਂ, ਪਰਾਇਆ ਧਨ, ਪਰਾਈ ਵਸਤੂ ਖੋਹ ਕੇ ਖਾਣ ਦੀ ਕੋਸ਼ਿਸ਼ ਕਰਦੇ ਹਨ, ਭਾਵ ਖੋਹ ਲੈਂਦੇ ਹਨ। ਵਿਖਨਾ ਘਿਰੀਆਂ, ਵਿਖਨਾ ਵਿਕਾਰਾਂ ਵਿੱਚ ਘਿਰੀਆਂ ਹੋਈਆਂ, ਜਮਾਂ ਦੇ ਵਿੱਚ ਘਿਰੀਆਂ ਹੋਈਆਂ,
ਮੈਂ ਮੇਰੀ ਵਿੱਚ ਘਿਰੀਆਂ ਹੋਈਆਂ, ਭਾਵ ਵਿਕਾਰਾਂ ਵਿੱਚ ਘਿਰੀਆਂ ਹੋਈਆਂ। ਅਬ ਸਾਧੂ ਸੰਗ ਪਰੀਆਂ, ਹੁਣ ਰੱਬ ਦੇ ਪਿਆਰੇ ਸਤਸੰਗਤ ਵਿੱਚ ਪਰੀਆਂ, ਰੱਬ ਦੇ ਸਤਸੰਗਤ ਵਿੱਚ ਆ ਕੇ ਬੈਠ ਗਈਆਂ। ਹਰ ਦੁਆਰੇ ਖਰੀਆਂ, ਹਰੀ ਵਾਹਿਗੁਰੂ ਦੇ ਦਰ ਤੇ ਜਦੋਂ ਆਈਆਂ ਤਾਂ ਕੀ ਹੋਇਆ? ਗੁਰਦੇਵ ਪਾਤਸ਼ਾਹ ਕਹਿੰਦੇ ਹਰ ਦੁਆਰੇ ਖਰੀਆਂ, ਹਰੀ ਵਾਹਿਗੁਰੂ ਦੇ ਦਰ ਤੇ ਜਦੋਂ ਆਈਆਂ, ਦਰਸ਼ਨ ਕਰੀਆਂ, ਫਿਰ ਰੱਬ ਦੇ ਦਰਸ਼ਨ ਕੀਤੇ, ਪਰਮੇਸ਼ਰ ਦੇ ਦਰਸ਼ਨ ਹੋਏ। ਅਬ ਸਾਧੂ ਸੰਗ ਪਰੀਆਂ, ਰੱਬ ਦੇ ਪਿਆਰਿਆਂ ਦੇ ਸੰਗਤ ਵਿੱਚ ਆ ਕੇ ਉਹਦੀ ਸ਼ਰਨ ਵਿੱਚ ਪੈ ਗਈਆਂ, ਸੰਗਤ ਵਿੱਚ ਪਰੀਆਂ, ਸੰਗਤ ਵਿੱਚ ਆ ਗਈਆਂ। ਹਰ ਦੁਆਰੇ ਖਰੀਆਂ, ਹਰੀ ਦੇ ਦੁਆਰ ਤੇ ਪਹੁੰਚ ਕੇ, ਹਰੀ ਦੇ ਘਰ ਵਿੱਚ ਪਹੁੰਚ ਕੇ ਦਰਸ਼ਨ ਕਰੀਆਂ, ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਦਰਸ਼ਨ ਕਰ ਲਿਆ। ਗੁਰਦੇਵ ਪਾਤਸ਼ਾਹ ਕਹਿ ਰਹੇ ਹਨ, ਨਾਨਕ ਗੁਰ ਮਿਰੀਆਂ। ਗੁਰਦੇਵ ਪਾਤਸ਼ਾਹ ਕਹਿੰਦੇ ਫਿਰ ਉਹ ਪਰਮੇਸ਼ਰ ਦੇ ਨਾਲ ਮਿਲ ਗਈਆਂ, ਪਰਮਾਤਮਾ ਦੇ ਨਾਲ ਮਿਲ ਗਈਆਂ, ਅਮਲਾਪ ਹੋ ਗਿਆ ਪਰਮਾਤਮਾ ਨਾਲ। ਬਹੁੜ ਨਾ ਫਿਰੀਆਂ, ਫਿਰ ਉਹ ਬਹੁੜ ਜਨਮਾਂ ਵਿੱਚ ਨਹੀਂ ਆਉਂਦੀਆਂ, ਕਿਉਂਕਿ ਗੁਰੂ ਪ੍ਰਤਾਪ ਗੁਰਦੇਵ ਪਰਮੇਸ਼ਰ ਨਾਲ ਉਹਨਾਂ ਦਾ ਮਲਾਪ ਹੋ ਗਿਆ, ਮਿਲ ਗਈਆਂ, ਬਹੁੜ ਨਾ ਫਿਰੀਆਂ। ਫਿਰ ਉਹ 84 ਗੇੜਾਂ ਵਿੱਚ ਨਹੀਂ ਪੈਂਦੀਆਂ, ਕਿਉਂਕਿ ਉਹ ਗੁਰੂ ਦੇ ਦਰਬਾਰ ਤੇ ਪ੍ਰਵਾਨ ਹੋ ਗਈਆਂ। ਸੋ ਇਸ ਕਰਕੇ ਭਾਈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਸਾਰੀ ਜੀਵ ਪ੍ਰਕਿਰਤੀ ਵਿੱਚ ਉਸ ਵਾਹਿਗੁਰੂ ਆਪ ਹੀ ਵਸਦਾ ਹੈ, ਇਸ ਸੰਸਾਰ ਵਿੱਚ ਆਪ ਹੀ ਵਸਦਾ ਹੈ। ਤਦੇ ਗੁਰਦੇਵ ਪਾਤਸ਼ਾਹ ਦੇ ਕਹਿ ਰਹੇ ਨੇ, ਜਪ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨਹਿ ਛਾੜ, ਦੁਬਦਾ ਕੀ ਕੁਰੀਆ। ਹੈ ਭਾਈ, ਦੁਬਦਾ ਛੱਡ ਕੇ ਕੇਵਲ ਨਿਰੰਕਾਰ ਦਾ ਸਿਮਰਨ ਕਰ, ਸਾਰੀ ਪ੍ਰਕਿਰਤੀ ਉਸ ਦੀ ਰਚਨਾ ਹੈ। ਇਹ ਦੁਬਦਾ ਵਿੱਚ ਨਾ ਪੈ, ਇੱਧਰ ਵੱਲ ਧਿਆਨ ਨਾ ਦੇ, ਕੇਵਲ ਨਾਮ ਜਪ, ਕਿਉਂਕਿ ਤੂੰ ਗੁਰੂ ਦੇ ਦਰ ਤੇ ਪ੍ਰਮਾਣ ਹੋ ਜਾਵੇਂ, ਗੁਰੂ ਤੇਰੇ ਤੇ ਰਹਿਮਤ ਕਰ ਦੇਵੇ। ਆਓ ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ਣ ਯੋਗ ਨੇ। ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ। ਆਪਾਂ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਇਹੀ ਲਾਹਾ ਹੈ। ਜੋ ਬਚਨ ਸਤਿਗੁਰਾਂ ਦੇ ਆਪਾਂ ਸੁਣੇ ਹਨ, ਉਹਨਾਂ ਨੂੰ ਮਨ ਅੰਦਰ ਧਾਰਨ ਕਰੀਏ, ਵਾਹਿਗੁਰੂ ਦਾ ਸਿਮਰਨ ਵੱਧ ਤੋਂ ਵੱਧ ਕਰੀਏ, ਗੁਰ ਮੰਤਰ ਦਾ ਅਭਿਆਸ ਵੱਧ ਤੋਂ ਵੱਧ ਕਰੀਏ, ਗੁਰੂ ਚਰਨਾਂ ਦੇ ਨਾਲ ਮਨ ਨੂੰ ਜੋੜੀਏ, ਤਦੇ ਹੀ ਜੀਵਨ ਸਫਲ ਹੈ। ਸੱਚੀ ਪ੍ਰੀਤ ਗੁਰੂ ਦੀ ਬਾਣੀ ਨਾਲ, ਗੁਰੂ ਨਾਲ ਪਾਈਏ, ਤਦੇ ਹੀ ਭਾਈ ਲਾਹੇ ਹਨ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਅਖੀਰਲੀ ਲਾਈਨ ਵਿੱਚ ਬੋਲ ਕੇ ਸਮਾਪਤੀ ਕਰੀਏ। ਹਰ ਦੁਆਰੇ ਖਰੀਆਂ, ਦਰਸ਼ਨ ਕਰੀਆਂ, ਨਾਨਕ ਗੁਰ ਮਿਰੀਆਂ, ਬਹੁੜ ਨਾ ਫਿਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।